ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਰਾਤੀ ਰੁੱਤੀ ਥਿੱਤੀ ਬਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਰਾਤ ਦਿਨ ਦਾ ਜੋ ਸਮਾਂ ਹੈ, ਜੋ ਸਮੇਂ ਦੀ ਇਕਾਈ ਹੈ, ਮਾਪ ਤੋਲ ਹੈ, ਉਹ ਸਭ ਪਰਮੇਸ਼ਰ ਜੀ ਦੀ ਰਚਨਾ ਹੈ। ਥਿੱਤੀ ਬਣਾਈਆਂ ਹਨ, ਵਾਰਾਂ ਬਣੀਆਂ ਹਨ, ਉਹ ਸਾਰਾ ਕੁਝ ਮਨੁੱਖ ਨੇ ਬਣਾਇਆ। ਸਮੇਂ ਦੀ ਗਿਣਤੀ ਮਿਣਤੀ ਦੀ ਸ਼ੁਰੂਆਤ ਕੋਈ ਬਹੁਤੀ ਪੁਰਾਣੀ ਨਹੀਂ। ਸੋ ਰੁੱਤਾਂ ਨੇ ਜਿਹੜੀਆਂ ਸਮੇਂ ਨਾਲ ਬਦਲਦੀਆਂ ਰਹਿੰਦੀਆਂ ਹਨ, ਇਹ ਉਸ ਕਰਤੇ ਦੀ ਖੇਡ ਹੈ, ਉਹਦੀ ਰਚਨਾ ਹੈ। ਇਹ ਵੀ ਸੁਗਿਆਨ ਪਰਮੇਸ਼ਰ ਨੇ ਬਖਸ਼ਿਆ ਹੋਇਆ ਕਿ ਰੁੱਤਾਂ ਦੇ ਅਨੁਸਾਰ ਮਨੁੱਖ ਨੇ ਕਿਸ ਤਰ੍ਹਾਂ ਜੀਵਨ ਬਸਰ ਕਰਨਾ ਹੈ, ਪਸ਼ੂ ਪੰਛੀਆਂ ਨੇ ਕਿਸ ਤਰ੍ਹਾਂ ਕਰਨਾ ਹੈ, ਜੀਵ ਜੰਤੂਆਂ ਨੇ ਕਿਸ ਤਰ੍ਹਾਂ ਕਰਨਾ ਹੈ। ਹਰ ਇੱਕ ਨੂੰ ਸੋਝੀ ਪਰਮੇਸ਼ਰ ਨੇ ਦਿੱਤੀ ਹੈ। ਪਵਨ ਪਾਣੀ ਅਗਨੀ ਪਾਤਾਲ, ਪਵਨ ਪਾਣੀ ਅਗਨੀ ਇਹ ਪੈਦਾ ਕੀਤੀ ਹੈ ਪਰਮੇਸ਼ਰ ਨੇ। ਪਤਾਲ ਤਾਂ ਕਹਿ ਦਿੱਤਾ ਕਿਉਂਕਿ ਚਾਰੇ ਪਾਸੇ ਪਤਾਲ ਹੀ ਹੈ, ਧਰਤੀ ਘੁੰਮ ਰਹੀ ਹੈ। ਆਪਣੇ ਧੁਰੇ ਦੇ ਦੁਆਲੇ 12 ਘੰਟੇ ਬਾਅਦ ਜੋ ਪਤਾਲ ਪੈਰਾਂ ਥੱਲੇ ਸੀ, ਉਹੀ ਫਿਰ ਮੁੜ ਕੇ ਆਕਾਸ਼ ਹੋ ਜਾਂਦਾ ਹੈ। ਜੋ ਆਕਾਸ਼ ਹੈ ਉਹ ਪਤਾਲ ਹੋ ਜਾਂਦਾ ਹੈ। ਆਕਾਸ਼ ਵਿੱਚ ਇੰਨਾ ਪਾਣੀ ਗੋਲ ਰੂਪ ਵਿੱਚ ਰੱਖਿਆ ਹੋਇਆ, ਜਿਸ ਨੂੰ ਕਹਿੰਦੇ ਆ ਵੀ 70% ਪਾਣੀ ਹੈ ਤੇ 30% ਧਰਤੀ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਆ ਜਿਹੜੀ ਧਰਤੀ ਹੈ, ਉਹਦੇ ਵਿੱਚ ਥਾਪੀ ਹੋਈ ਹੈ। ਜੋ ਵਾਰੀ ਅਸੀਂ ਦੇਖਦੇ ਹਾਂ, ਇਹਦੇ ਚੋਂ ਹੀ ਅਸੀਂ ਹੁਕਮ ਨੂੰ ਬੁੱਝਣਾ ਵੀ ਕਿਸ ਤਰ੍ਹਾਂ ਇਹ ਜਿਹੜੇ ਤੱਤ ਨੇ, ਪਵਨ ਪਾਣੀ ਅਗਨੀ, ਇਕੱਠੇ ਚੱਲਦੇ ਆ, ਪਰ ਦੋਨਾਂ ਸਾਰਿਆਂ ਦਾ ਸੁਭਾਅ ਇੱਕ ਦੂਜੇ ਨਾਲ ਨਹੀਂ ਰਲਦਾ। ਸੋ ਬਿਨਾਂ ਥੰਮਾਂ ਦੇ ਪਾਤਸ਼ਾਹ ਕਹਿੰਦੇ, ਇਹ ਆਕਾਸ਼ ਆਪਣੇ ਧੁਰੇ ਦੇ ਦੁਆਲੇ ਧਰਤੀ ਘੁੰਮਦੀ ਹੈ, ਸੂਰਜ ਦੁਆਲੇ ਵੀ ਚੱਕਰ ਲਾ ਰਹੀ ਹੈ, ਤੇ ਆਪਣੇ ਧੁਰੇ ਦੁਆਲੇ ਘੁੰਮਣ ਨਾਲ ਹੀ ਦਿਨ ਰਾਤ ਬਣਦੇ ਆ। ਸੂਰਜ ਦੁਆਲੇ ਘੁੰਮਣ ਨਾਲ ਰੁੱਤਾਂ ਬਣਦੀਆਂ ਹਨ। ਜੇ ਧਰਤੀ ਆਪਣੇ ਧੁਰੇ ਦੁਆਲੇ ਨਾ ਘੁੰਮੇ ਤੇ ਨਾ ਦਿਨ ਬਣੇ ਤੇ ਨਾ ਰਾਤ ਹੋਵੇ। ਇਹ ਸਭ ਮਾਇਆ ਦੀ ਰਚਨਾ ਹੈ। ਇਹਦੇ ਅੰਦਰ ਹੀ ਪਾਤਸ਼ਾਹ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਸਵਾਲ ਇਹ ਹੈ ਕਿ ਧਰਤੀ ਦੀ ਲੋੜ ਕਿਉਂ ਪਈ ਤੇ ਕਿਉਂ ਬਣਾਈ ਧਰਮਸਾਲ। ਜਿਹੜੀ ਸਾਰੀ ਪ੍ਰਿਥਵੀ ਹੈ, ਧਰਤੀ ਹੈ, ਇਹੀ ਧਰਮਸਾਲ ਹੈ। ਇਹ ਗੱਲ ਕਹਿ ਕੇ ਬਹੁਤ ਵੱਡਾ ਭੁਲੇਖਾ ਦੂਰ ਕੀਤਾ ਪਾਤਸ਼ਾਹ ਜੀ ਨੇ ਕਿ ਕਿਸੇ ਖਾਸ ਧਰਤੀ ਨੂੰ ਨਾ ਮੰਨ ਲਿਓ। ਇਹ ਸਾਨੂੰ ਸੋਝੀ ਦਿੱਤੀ ਹੈ, ਕਿਉਂਕਿ ਪਹਿਲਾਂ ਇਹ ਗੱਲ ਦੀ ਮਨੌਤ ਹੈ ਧਰਮ ਦੇ ਅੰਦਰ। ਜੋ ਧਾਰਮਿਕ ਲੋਕ ਨੇ ਸੰਸਾਰੀ, ਉਹਨਾਂ ਦੀ ਮਾਨਤਾ ਹੈ ਕਿ ਇਹ ਧਰਤੀ ਪਵਿੱਤਰ ਹੈ, ਆਹ ਧਰਤੀ ਅਪਵਿੱਤਰ ਹੈ। ਇਸ ਗੱਲ ਦੇ ਭਰਮ ਨੂੰ ਦੂਰ ਕੀਤਾ ਹੈ। ਗੁਰਬਾਣੀ ਦੇ ਹਰ ਇੱਕ ਬਚਨ ਦੇ ਅੰਦਰ ਕੋਈ ਨਾ ਕੋਈ ਪਿਛਲੀ ਜਿਹੜੀ ਮਨੌਤ ਚਲੀ ਆਉਂਦੀ ਹੈ ਧਰਮ ਦੇ ਨਾਂ ਦੇ ਉੱਤੇ, ਜੋ ਸਹੀ ਨਹੀਂ,
ਉਸ ਨੂੰ ਦੁਰਸਤ ਕੀਤਾ ਹੈ, ਸ਼ੁੱਧ ਕੀਤਾ ਹੈ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਬਚਨ ਕਰਦੇ ਆ, ਸੋਧੇ ਸਿਮਰਤ ਸ਼ਾਸਤਰ ਸਗਲ, ਵੀ ਸਾਰਾ ਕੁਝ ਸ਼ੁੱਧ ਕਰਕੇ ਦਿੱਤਾ ਗਿਆ, ਸੋਧਿਆ ਹੋਇਆ। ਕਿਉਂਕਿ ਉਸ ਵੇਲੇ ਧਰਮ ਦੇ ਜਿਹੜੇ ਸੰਸਾਰੀ ਧਾਰਮਿਕ ਲੋਕ ਸੀ, ਉਹਨਾਂ ਨੇ ਬੜਾ ਭਰਮ ਪੈਦਾ ਕੀਤਾ ਹੋਇਆ ਸੀ। ਉਸ ਭਰਮ ਨੂੰ ਪਾਤਸ਼ਾਹੀਆਂ বা ਭਗਤ ਸਾਹਿਬਾਨਾਂ ਨੇ ਦੂਰ ਕੀਤਾ। ਉਹ ਭਰਮ ਕੀ ਸੀ? ਪੰਡਤ ਕਾਸ਼ੀ ਨੂੰ ਸ਼ੁੱਧ ਪਵਿੱਤਰ ਮੰਨਦਾ, ਮਗਹਰ ਨੂੰ ਅਪਵਿੱਤਰ ਮੰਨਦਾ, ਹਰਿਦੁਆਰ ਨੂੰ ਪਵਿੱਤਰ ਮੰਨਦਾ, ਬਾਕੀ ਅਪਵਿੱਤਰ ਮੰਨਦਾ। ਇਸਲਾਮ ਵਾਲੇ ਮੱਕੇ ਨੂੰ ਪਵਿੱਤਰ ਮੰਨਦੇ ਆ, ਮਦੀਨੇ ਨੂੰ ਪਵਿੱਤਰ ਮੰਨਦੇ, ਬਾਕੀਆਂ ਨੂੰ ਅਪਵਿੱਤਰ ਮੰਨਦੇ। ਸਿੱਖ ਗੁਰਦੁਆਰੇ ਨੂੰ ਪਵਿੱਤਰ ਮੰਨਦੇ, ਮੰਦਰ ਵਾਲੇ ਮੰਦਰ ਨੂੰ, ਮਸਜਿਦ ਵਾਲੇ ਮੰਦਰ ਮਸਜਿਦ ਵਿੱਚ। ਤੇ ਸਿੱਖਾਂ ਦੀ ਮੰਦਰ ਦੇ ਅੰਦਰ ਜਾਣ ਤੋਂ ਮਨ ਦੇ ਅੰਦਰ ਨਫ਼ਰਤ ਜੀ ਹੈ, ਚੰਗਾ ਨਹੀਂ ਸਮਝਦੇ। ਤੇ ਸਿੱਖਾਂ ਨੇ ਧਰਤੀ ਦੇ ਉੱਪਰ ਹੀ ਸੱਚਖੰਡ ਮੰਨਿਆ। ਕੀ ਫਰਕ ਹੈ ਫਿਰ ਇਹਨਾਂ ਤੇ ਉਹਨਾਂ ਵਿੱਚ? ਸਿਰਫ ਇੱਕ ਸਰੀਰਕ ਫਰਕ ਹੈ, ਉਹ ਵੀ ਭੇਖਦਾ, ਬਾਕੀ ਸਭ ਕੁਝ ਉਹੀ ਹੈ। ਕਿੱਡੀ ਵੱਡੀ ਮਨੌਤ ਨੂੰ ਪਾਤਸ਼ਾਹ ਨੇ ਤੋੜਿਆ ਇਹ ਬਚਨ ਲਿਖ ਕੇ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਭਾਵ ਸਾਰੀ ਧਰਤੀ ਧਰਮਸਾਲ ਹੈ, ਪਵਿੱਤਰ ਪਵਿੱਤਰ ਧਰਤੀ ਨਹੀਂ। ਮਨੁੱਖ ਦੀ ਸੋਚ ਹੈ। ਮਨਾਂ ਵਿਚਾਰ ਕੇ ਵੇਖ ਲੈ, ਜੇ ਯਕੀਨ ਨਹੀਂ ਆਉਂਦਾ। ਧਰਮਸਾਲ ਦਾ ਭਾਵ ਹੁੰਦਾ ਗਿਆਨ ਦੀ ਸਾਲ। ਛਾਲ ਹੁੰਦੀ ਹੈ ਬੁੱਕਲ, ਆਸਰਾ, ਟਿਕਾ, ਜਿੱਥੇ ਆਤਮਾ ਦਾ ਸ਼ੁੱਧੀਕਰਨ ਹੋਣਾ ਹੈ। ਉਹ ਕੀ ਹੈ? ਨਾਮ ਦੀ ਛਾਲ। ਨਾਮ ਦੀ ਛਾਲ ਓੜ ਕੇ ਹੀ ਵਾਪਸ ਆਪਣੇ ਘਰੇ ਜਾ ਸਕਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢਕਣ ਕੂ ਪਤ ਮੇਰੀ। ਕਬੀਰਾ, ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਦੇਖੋ ਕਿੱਡੀਆਂ ਕਿੱਡੀਆਂ ਗੱਲਾਂ ਪਾਤਸ਼ਾਹ ਨੇ ਇਹ ਮੇਰੇ ਮਨਾ ਤੇਰੇ ਵਾਸਤੇ ਸੋਝੀ ਬਖਸ਼ੀ ਹੈ। ਕਬੀਰ, ਜਹਾਂ ਗਿਆਨ ਤਹ ਧਰਮ ਹੈ। ਹੁਣ ਦੇਖੋ ਸਿੱਧਾ ਬਚਨ ਲਿਖਿਆ ਪਾਤਸ਼ਾਹ ਨੇ ਵੀ ਜਿੱਥੇ ਗਿਆਨ ਹੈ ਉੱਥੇ ਧਰਮ ਹੁੰਦਾ ਹੈ। ਹੁਣ ਗਿਆਨ ਕੀ ਹੈ ਤੇ ਧਰਮ ਕੀ ਹੈ? ਜਿੱਥੇ ਦੋਨੇ ਚੀਜ਼ਾਂ ਨਹੀਂ, ਉੱਥੇ ਪਾਪ ਹੁੰਦਾ ਹੈ। ਉੱਥੇ ਪਾਪ ਕਿਉਂ ਹੁੰਦਾ? ਕਿਉਂਕਿ ਉੱਥੇ ਝੂਠ ਹੁੰਦਾ ਹੈ। ਆਤਮਕ ਸੁਗਿਆਨ ਪ੍ਰਾਪਤ ਕਰਨਾ ਹੀ ਧਰਮ ਹੈ। ਧਰਮ ਹੁੰਦਾ ਕਿਸੇ ਦੇ ਅਧੀਨ ਹੋ ਜਾਣਾ। ਬੋਲੀ ਹੈ ਸੱਚ, ਧਰਮ। ਸੱਚ ਦੇ ਅਧੀਨ ਹੋ ਜਾਣਾ ਧਰਮ ਹੈ। ਸੱਚ ਦੇ ਵਿੱਚ ਸਮਾ ਜਾਣਾ ਧਰਮ ਹੈ। ਸੱਚ ਦੇ ਅਨੁਸਾਰੀ ਹੋ ਕੇ ਚੱਲਣਾ ਧਰਮ ਹੈ। ਸੱਚ ਬੋਲਣਾ ਧਰਮ ਹੈ। ਉਸ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਸਾਰਾ ਕੁਝ ਝੂਠ ਹੈ। ਝੂਠ ਕੀ ਹੈ? ਪਾਪ ਹੈ। ਹੁਣ ਇਹ ਪਾਪ ਨੂੰ ਤਾਂ ਅਸੀਂ ਛੱਡਿਆ ਹੋਇਆ। ਸਰੀਰਕ ਪਾਪ ਪੁੰਨ ਦੀ ਕਿਰਿਆ ਦੇ ਵਿੱਚ ਅਸੀਂ ਫਸੇ ਹੋਏ ਹਾਂ। ਜਿਹੜਾ ਕਿ ਅਸਲੀ ਚੀਜ਼ ਹੈ ਉਹ ਸਾਤੋਂ ਦੂਰ ਕੀਤੀ ਗਈ। ਪਾਤਸ਼ਾਹ ਕਹਿੰਦੇ ਗਿਆਨ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੀ ਧਰਮ ਹੈ। ਜਿੱਥੇ ਧਰਮ ਆਵੇ ਅਰਥ ਗਿਆਨ ਹੈ, ਪਰ ਗਿਆਨ ਆਤਮਿਕ ਹੋਵੇ। ਮਾਇਆ ਦਾ ਗਿਆਨ ਤਾਂ ਲੋਭ ਪੈਦਾ ਕਰ ਦਿੰਦਾ ਹੈ। ਸੋ ਇਹ ਧਰਤੀ ਧਰਮਸ਼ਾਲ ਹੈ। ਸੱਚ ਦੀ ਪੜ੍ਹਾਈ ਵਾਸਤੇ ਇੱਥੇ ਸੱਚ ਹੀ ਪੜ੍ਹਾਇਆ ਜਾਣਾ। ਜ਼ਿੰਦਗੀ ਦੇ ਅੰਦਰ ਉਤਰਾ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਆ, ਤੋ ਗਿਆਨ ਖੜਗ ਚੱਲਦੀ ਰਹਿੰਦੀ ਹੈ। ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਜੋ ਝੂਠਾ ਹੈ ਬਸ ਉਸ ਨੂੰ ਝੂਠਾ ਆਖ ਦੇਣਾ, ਜੋ ਸੱਚਾ ਉਹਨੂੰ ਸੱਚ ਆਖ ਦੇਣਾ। ਤੇ ਜਾਂ ਫਿਰ ਕੋਈ ਸਾਬਤ ਕਰੇ ਕਿ ਮੈਂ ਝੂਠਾ ਨਹੀਂ, ਫਿਰ ਅਸੀਂ ਸਾਬਤ ਕਰਦੇ ਹਾਂ ਗੁਰਬਾਣੀ ਅਨੁਸਾਰ। ਭਾਵੇਂ ਅਰਥ ਵੀ ਆਪਣੀ ਮਰਜ਼ੀ ਦੇ ਕਰੋ, ਫਿਰ ਵੀ ਝੂਠਾ ਸਾਬਤ ਕਰਾਂਗੇ, ਕਿਉਂਕਿ ਝੂਠ ਝੂਠ ਹੀ ਹੁੰਦਾ। ਭਾਵ ਕਿੰਨਾ ਵਧੀਆ ਸ਼ਬਦਾਂ ਵਿੱਚ ਬੋਲਿਆ ਜਾਵੇ, ਜ਼ਹਿਰ ਤਾਂ ਅਕਸਰ ਜ਼ਹਿਰ ਹੀ ਹੁੰਦਾ। ਭਾਵੇਂ ਸੋਨੇ ਦੀ ਡੱਬੀ ਵਿੱਚ ਪਾ ਕੇ ਰੱਖੋ। ਭਗਤਾਂ ਨੇ ਤੇ ਪਾਤਸ਼ਾਹੀਆਂ ਨੇ
ਪੰਡਤ ਬ੍ਰਾਹਮਣ ਜੋਗੀ ਜੈਨੀ ਕਾਜੀ ਮੁੱਲਾ ਸੇਖ ਔਲੀਏ ਪੀਰ ਪੈਗੰਬਰ ਪਾਂਡੇ ਸਿੱਧ ਸਰੇਵੜੇ ਰਾਸ ਧਾਰੀਏ ਜੰਗਮ ਸਭ ਝੂਠੇ ਕੀਤੇ ਉਹਨਾਂ ਦੇ ਗ੍ਰੰਥਾਂ ਵਿੱਚੋਂ ਹੀ। ਤਾਂ ਹੀ ਤਾਂ ਉਹ ਸਾਰੇ ਵਿਰੋਧੀ ਸੀ। ਇਹਨਾਂ ਦੇ ਹੋਰ ਕਿਹੜਾ ਜ਼ਮੀਨ ਜਾਇਦਾਦ ਦਾ ਰੌਲਾ ਸੀ, ਬਸ ਇਸੇ ਗੱਲੋਂ ਹੀ ਦੁਖੀ ਸੀ ਕਿ ਜਿਸ ਗ੍ਰੰਥਾਂ ਕਰਕੇ ਅਸੀਂ ਲੋਕਾਂ ਨੂੰ ਭਰਮ ਪਾ ਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦੇ ਹਾਂ, ਸਾਨੂੰ ਤਾਂ ਇਹ ਕੰਗਾਲ ਬਣਾ ਦੇਣਗੇ। ਜੇ ਹੋਰ ਥੋੜੀ ਦੇਰ ਜਿਉਂਦੇ ਰਹੇ, ਅਜੇ ਤਾਂ ਸਾਡੇ ਨਾਲ ਚਰਚਾ ਹੀ ਹੋਈ ਹੈ, ਆਮ ਲੋਕਾਂ ਤੱਕ ਤਾਂ ਗੱਲ ਪਹੁੰਚੀ ਨਹੀਂ। ਸੋ ਪਹਿਲਾਂ ਹੀ ਖਤਮ ਕਰੋ ਅਤੇ ਕਿਰਿਆ ਵੀ। ਸੋ ਖੇਡ ਮਾਲਕ ਦੀ ਹੈ, ਉਹੀ ਖੇਡਦਾ ਹੈ ਤੇ ਖੇਡ ਦੇ ਵਿੱਚੋਂ ਜਿੱਤ ਦੇ ਵਿਰਲੇ ਹੀ ਹਨ। ਸੋ ਇਹ ਸਿਲਸਿਲਾ ਚੱਲਦਾ ਰਹਿੰਦਾ ਤੇ ਚੱਲਦਾ ਰਹੇਗਾ ਜਿੰਨਾ ਚਿਰ ਦੁਨੀਆ ਹੈ। ਹੁਣ ਸਾਡੀ ਵਾਰੀ ਹੈ ਇਸ ਸੰਸਾਰ ਦੇ ਅੰਦਰ ਆਉਣ ਵਾਲੀ, ਕਿਉਂਕਿ ਅਸੀਂ ਵੀ 700 ਸਾਲ ਤੋਂ ਗੁਰਮਤਿ ਸੁਣਦੇ ਆ ਰਹੇ ਹਾਂ ਤੇ ਟੈਸਟ ਸਾਡਾ ਵੀ ਹੋਵੇਗਾ ਹੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਵੀ ਹੈ। ਅਸੀਂ ਵੀ ਮੰਨਦੇ ਹਾਂ, ਵੱਖਰੇ ਹਾਂ। ਗੁਰੂ ਗ੍ਰੰਥ ਸਾਹਿਬ ਤੇ ਸਾਡਾ ਹੱਕ ਹੈ ਤੇ ਮਰਜ਼ੀ ਵੀ ਸਾਡੀ ਹੈ। ਜਦੋਂ ਸਾਰਾ ਕੁਝ ਸਾਡਾ ਹੈ, ਫਿਰ ਜਵਾਬ ਦੇਣਾ ਵੀ ਸਾਡਾ ਹੀ ਫਰਜ਼ ਹੈ। ਪਹਿਲਾਂ ਸਾਰੀਆਂ ਮੱਤਾਂ ਰਿਜੈਕਟ ਕੀਤੀਆਂ ਹੋਈਆਂ ਹਨ ਗੁਰਬਾਣੀ ਨੇ, ਭਗਤ ਸਾਹਿਬਾਨਾਂ ਨੇ, ਪਾਤਸ਼ਾਹੀਆਂ ਨੇ। ਹੁਣ ਬਚੀ ਹੈ ਸਿੱਖ ਮੱਤ। ਇਸ ਦਾ ਟੈਸਟ ਲੈਣ ਵਾਲੇ ਵੀ ਆ ਗਏ ਹਨ ਤੇ ਕੁਝ ਗੁਰਮੁਖ ਆ ਰਹੇ ਹਨ। ਥੋੜਾ ਥੋੜਾ ਟੈਸਟ ਹੁਣ ਲੈਂਦੇ ਜਾਣਗੇ, ਫਿਰ ਭਗਤ ਆ ਜਾਊਗਾ, ਫਿਰ ਉਹ ਪੂਰਾ ਟੈਸਟ ਲਓ। ਸੋ ਤਿਆਰ ਰਹਿਣਾ ਚਾਹੀਦਾ ਹੁਣ ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਜਿਵੇਂ ਪੜ੍ਹਦੇ ਬੱਚੇ ਨੇ, ਪੜ੍ਹਾਉਂਦਾ ਟੀਚਰ ਹੀ ਹੈ, ਪੇਪਰ ਵੀ ਟੀਚਰ ਹੀ ਲੈਂਦਾ, ਪਰ ਪੇਪਰ ਚੈੱਕ ਕਰਨ ਵਾਲੀ ਟੀਮ ਹੋਰ ਹੁੰਦੀ ਹੈ, ਨੰਬਰ ਉਹ ਦਿੰਦੀ ਹੈ। ਪਾਸ ਫੇਲ ਉਹਨਾਂ ਨੇ ਕਰਨਾ ਹੁੰਦਾ ਹੈ, ਉਸ ਨਾਲ ਸਾਰੇ ਹੀ ਚੈੱਕ ਹੋ ਜਾਂਦੇ ਆ, ਟੀਚਰ ਵੀ, ਬੱਚੇ ਵੀ, ਬਾਕੀ ਸਕੂਲ ਦਾ ਸਟਾਫ ਵੀ। ਇਹ ਗੱਲਾਂ ਪਹਿਲਾਂ ਹੋ ਚੁੱਕੀਆਂ ਹਨ, ਕੋਈ ਨਵੀਂ ਗੱਲ ਨਹੀਂ ਹੈ। ਕੂੜ ਨਖੁੱਟੈ ਨਾਨਕਾ, ਓੜਕ ਸੱਚ ਨੇ। ਅਕਸਰ ਨੂੰ ਸੱਚ ਹੀ ਬਚਦਾ ਹੈ। ਪਹਿਲਾਂ ਵੀ ਵੱਡੇ ਵੱਡੇ ਪੀਰ ਪੈਗੰਬਰਾਂ ਨੂੰ ਟੈਸਟ ਕੀਤਾ ਗੁਰਮਤਿ ਨੇ, ਪਾਤਸ਼ਾਹੀਆਂ ਨੇ, ਬਾ ਪਰਮੇਸ਼ਰ ਦੀ ਅਥਾਰਟੀ ਦੁਆਰਾ। ਸਿੱਧਾਂ ਦੀ ਕੱਡੀ ਵੱਡੀ ਜਮਾਤ ਸੀਗੀ, ਕਬੀਰ ਸਾਹਿਬ ਨੇ ਚਰਚਾ ਕੀਤੀ, ਗੁਰੂ ਨਾਨਕ ਸਾਹਿਬ ਨੇ ਚਰਚਾ ਕੀਤੀ। ਇਸਲਾਮ ਦੀ ਕਿੱਡੀ ਵੱਡੀ ਮੱਤ ਹੈ, ਕਬੀਰ ਸਾਹਿਬ ਨੇ ਚਰਚਾ ਕੀਤੀ, ਗੁਰੂ ਨਾਨਕ ਸਾਹਿਬ ਨੇ ਚਰਚਾ ਕੀਤੀ, 10ਵੇਂ ਪਾਤਸ਼ਾਹ ਨੇ ਚਰਚਾ ਕੀਤੀ। ਉਹਨਾਂ ਵਿੱਚ ਜਿੰਨੀ ਖੋਟ ਸੀ ਉਹ ਖੋਟ ਕੱਢੀ, ਔਰ ਜਿਨ੍ਹਾਂ ਨੇ ਉਸ ਖੋਟ ਨੂੰ ਸਵੀਕਾਰ ਕਰਕੇ ਗੁਰਮਤਿ ਨੂੰ ਮੰਨਿਆ, ਭਾਣੇ ਨੂੰ ਮੰਨਿਆ, ਰਜਾ ਨੂੰ ਮੰਨਿਆ, ਹੁਕਮ ਵਿੱਚ ਆਏ ਨੇ, ਉਹ ਸ਼ੁੱਧ ਹੋ ਗਏ। ਸਾਈਂ ਮੀਆਂ ਮੀਰ ਜੀ ਵਰਗੇ ਕਿੱਡੇ ਵੱਡੇ ਪੁਰਸ਼ ਨੇ, ਪੀਰ ਬੁੱਧੂ ਸ਼ਾਹ ਜੀ, ਜਿਹੜੇ ਤਕਰੀਬਨ ਨਾਮ ਪ੍ਰਚਲਿਤ ਨੇ, ਪਰ ਇਹਨਾਂ ਤੋਂ ਬਿਨਾਂ ਵੀ ਬਥੇਰੇ ਨੇ ਜਿਨ੍ਹਾਂ ਦੇ ਨਾਂ ਸਾਨੂੰ ਸੁਣਨ ਤੱਕ ਕਦੇ ਨਹੀਂ ਮਿਲੇ, ਪਰ ਪਰਮੇਸ਼ਰ ਤਾਂ ਜਾਣਦਾ ਹੀ ਹੈ। ਸੋ ਸਭ ਦਾ ਟੈਸਟ ਹੁੰਦਾ ਰਹਿੰਦਾ ਹੈ, ਇਹ ਜ਼ਰੂਰੀ ਹੈ। ਸੋ ਪਾਤਸ਼ਾਹ ਨੇ ਤਾਂ ਹੀ ਇੱਥੇ ਲਿਖਿਆ ਕਿ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਇਹਨਾਂ ਦੇ ਅੰਦਰ ਹੀ ਸਾਰੀ ਧਰਤੀ ਹੈ। ਪਵਨ ਸਾਡਾ ਮਨ ਵੀ ਹੈ, ਮਨ ਦਾ ਵੇਗ ਹਵਾ ਵਾਂਗੂ ਹੈ। ਪਾਣੀ ਸਾਡਾ ਪਿਤਾ ਹੈ, ਜਿਹੜਾ ਸਾਡਾ ਸਰੀਰ ਹੈ ਜ਼ਿਆਦਾ ਪਾਣੀ ਨਾਲ ਜੁੜਿਆ ਹੋਇਆ, ਇਹਦੇ ਅੰਦਰ ਵੀ ਪਾਣੀ ਜ਼ਿਆਦਾ ਹੈ। ਅਗਨੀ ਹੈ, ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਮੱਚਦੀ ਹੈ। ਪਾਤਾਲ ਹੈ ਹਿਰਦਾ, ਤਿਸ ਵਿੱਚ ਧਰਤੀ ਥਾਪ ਰੱਖੀ। ਹਿਰਦੇ ਦੇ ਅੰਦਰ ਸਾਡੇ ਉਹ ਜਿਹੜੀ ਧਰਤੀ ਆ, ਉਹ ਹਿੱਸਾ ਹੈ ਜਿੱਥੋਂ ਹੁਕਮ ਪ੍ਰਗਟ ਹੁੰਦਾ, ਗੁਪਤ ਹੁੰਦਾ, ਜਿੱਥੇ ਅਸੀਂ ਨਾਮ ਦੀ ਕਮਾਈ ਕਰਨੀ ਹੈ। ਇੱਕ ਨਾਮ ਵੋ ਆਵ ਕਲੂ ਆਇਓ ਰੇ।
ਸਾਨੂੰ ਹੁਕਮ ਹੈ ਕਿ ਅਬ ਕਲੂ ਆਇਓ ਰੇ। ਕਹਿੰਦੇ ਹੁਣ ਤੂੰ ਕਲਪਨਾ ਦੇ ਯੁੱਗ ਵਿੱਚ ਆਇਆ ਹੋਇਆ ਹੈ। ਹੁਣ ਤੂੰ ਉਹ ਕਲਪਨਾ ਦੀ ਜਿਹੜੀ ਇੱਛਾ ਹੈ ਤੇਰੀ ਜਿਹੜੀ, ਉਹਨੂੰ ਛੱਡ ਦੇ। ਉੱਥੇ ਕੀ ਕਰ, ਇੱਕ ਨਾਮ ਗੋ, ਇੱਕ ਹੋਣ ਵਾਸਤੇ ਹੁਕਮ ਨਾਲ ਆਪਣੀ ਸੁਰ ਰਲਾ। ਉਹ ਬੀਜ ਜਿਹੜਾ ਤੈਨੂੰ ਇੱਕ ਕਰ ਦੇ, ਦੋ ਤੋਂ ਇੱਕ ਕਰ ਦਵੈ ਤੇ ਏਕ ਰੂਪ ਹੋਏ ਗਏ। ਤੇਰੀ ਜਿਹੜੀ ਸੁਰ ਭੰਗ ਹੈ ਉਹ ਅਭੰਗ ਹੋ ਜਾਵੇ, ਸਹਿ ਭੰਗ ਹੋ ਜਾਵੇ, ਤੂੰ ਸਵੈਮ ਇੱਕ ਹੋ ਜਾਵੇ। ਉਹਦੇ ਵਾਸਤੇ ਤੇਰੇ ਕੋਲ ਸਮਾਂ ਹੈ ਮਨੁੱਖਾ ਤਨ ਦੇ ਅੰਦਰ। ਤੇ ਜੇ ਸਮਾਂ ਤੂੰ ਐਂ ਗਵਾਤਾ ਫਿਰ ਜੀਵਨ ਵਿਅਰਥ ਚਲੇ ਜਾਵੇਗਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਧਰਤੀ ਧਰਮਸਾਲ ਹੈ ਗਿਆਨ ਸਿੱਖ ਰਹੇ ਹਨ ਜੀ। ਇਸ ਧਰਮਸਾਲ ਵਿੱਚ ਜੁਗਤੀ ਨਾਲ ਚੇਤਨ ਨੂੰ ਜੜ ਨਾਲ ਜੋੜਿਆ ਹੋਇਆ। ਮਿੱਟੀ ਦੇ ਸਰੀਰ ਕਿਵੇਂ ਤੁਰਦੇ ਫਿਰਦੇ ਹਨ, ਜਿਵੇਂ ਜਿਵੇਂ ਦਾ ਗਿਆਨ ਹੈ ਉਵੇਂ ਉਵੇਂ ਦੇ ਰੰਗ ਨੇ। ਸੱਚ ਦਾ ਜਿੰਨਾ ਗਿਆਨ ਹੈ ਉਨਾ ਭਰਮ ਘੱਟ ਹੈ। ਪਾਣੀ ਪਾਰਦਰਸ਼ੀ ਹੈ ਪਰ ਮਾਇਆ ਦੀ ਮਿੱਟੀ ਰਲ ਗਈ। ਮਾਇਆ ਪਾਰਦਰਸ਼ੀ ਨਹੀਂ ਤਾਂ ਹੀ ਤਾਂ ਹਰ ਨਜ਼ਰ ਨਹੀਂ ਆਉਂਦਾ। ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਸੰਤਾਂ ਨੇ ਜਿਨ੍ਹਾਂ ਕੋਲ ਦ੍ਰਿਸ਼ਟੀ ਹੈ ਮਾਇਆ ਤੋਂ ਪਾਰ ਦੀ, ਉਹਨਾਂ ਨੇ ਦੇਖ ਕੇ ਕਿਹਾ ਕਿ ਹਰ ਹਿਰਦੇ ਮਾਹੇ, ਕਿ ਹਰ ਤਾਂ ਤੇਰੇ ਹਿਰਦੇ ਵਿੱਚ ਹੈ। ਹਰ ਸ਼੍ਰੇਣੀ ਵਿੱਚ ਜੀਵ ਅਨੰਤ ਹਨ, ਕੀੜੇ ਪੰਛੀ ਮੱਛੀਆਂ ਜਾਨਵਰ ਅਨੰਤ ਹਨ। ਸੋ ਇਹ ਸਾਡਾ ਵਿਸ਼ਾ ਨਹੀਂ, ਅਨੰਤ ਹਨ ਬੇਅੰਤ ਹਨ। ਉਹ ਜਾਣੇ ਜਿਸ ਨੇ ਪੈਦਾ ਕੀਤੇ ਤੇ ਪਾਲਣਾ ਕਰਦਾ ਹੈ, ਖੁਰਾਕ ਵੀ ਦੇ ਰਿਹਾ। ਅਸੀਂ ਆਪਣਾ ਮੌਕਾ ਸਾਂਭਣਾ ਹੈ, ਅਸੀਂ ਸਮਝ ਕੇ ਅੱਗੇ ਵਧਣਾ ਹੈ। ਅਸੀਂ ਉੱਥੋਂ ਹੀ ਸਮਝਦੇ ਆਏ ਹਾਂ। ਹੁਣ ਸਾਡੇ ਕੋਲ ਮਨੁੱਖਾ ਤਨ ਦਿੱਤਾ ਪਰਮੇਸ਼ਰ ਨੇ, ਇਹ ਤੋਂ ਅਸੀਂ ਸੱਚਖੰਡ ਵਾਪਸੀ ਹੈ। ਜੇ ਸਮਝ ਗਏ, ਜੇ ਨਾ ਸਮਝੇ ਫਿਰ ਭਵ ਸਾਗਰ ਵਿੱਚ ਹੀ ਹੈ। ਤੋ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਹਰ ਇੱਕ ਦਾ ਨਾਮ ਹੈ ਜਿਹੜਾ ਉਹ ਵੱਖੋ ਵੱਖਰਾ ਹੈ, ਜੋ ਸਰੀਰ ਕਰਕੇ ਹੈ। ਪਰ ਜਿਹੜਾ ਅਸਲੀ ਨਾਮ ਹੈ ਉਹ ਇੱਕੋ ਹੀ ਆ, ਹੁਕਮ ਇੱਕੋ ਹੀ ਹੈ। ਪਰ ਪਤਾ ਨਹੀਂ ਕਿੰਨਿਆਂ ਕਿ ਜੀਵਾਂ ਦੇ ਅੰਦਰ ਉਹ ਵਰਤ ਰਿਹਾ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਉਹ ਅਨੰਤ ਨੇ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਹੁਣ ਪਾਤਸ਼ਾਹ ਜੀ ਉਹਨਾਂ ਦੀ ਵਿਚਾਰ ਕਰ ਰਹੇ ਹਨ ਜੋ ਕਰਮਾਂ ਨੂੰ ਮੰਨਦੇ ਹਨ। ਜਦ ਕਿ ਸਭ ਕੁਝ ਹੁਕਮ ਵਿੱਚ ਹੋ ਰਿਹਾ ਹੈ, ਅਸੀਂ ਕੁਝ ਕਰ ਹੀ ਨਹੀਂ ਰਹੇ। ਸਾਨੂੰ ਦੋਸ਼ ਕਾਹਦਾ? ਪਰ ਕਰਮੀ ਮੰਨਦੇ ਹਨ, ਉਹਨਾਂ ਨੂੰ ਫਿਰ ਧਰਮ ਰਾਜ ਦੇ ਪੇਸ਼ ਹੋਣਾ ਪੈਂਦਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਹੁੰਦਾ ਹੁਕਮ ਹੈ ਪਰ ਉਹ ਸਮਝਦੇ ਹਨ ਕਿ ਮੈਂ ਕੀਤਾ। ਕਰਤਾ ਭਾਵ ਬਣਿਆ ਹੋਇਆ ਹੈ, ਇਹੀ ਤਾਂ ਲਿਖ ਹੈ। ਮਨ ਕਾਲਾ ਹੈ ਹਜੇ, ਭਰਮ ਦਾ ਜਾਲਾ ਹੈ। ਵਾਪਸ ਜਨਮ ਲੈਣਾ ਪੈਂਦਾ ਹੈ। ਤਾਂ ਹੀ ਤਾਂ ਸ਼੍ਰੀ ਫਰੀਦ ਜੀ ਪਾਤਸ਼ਾਹ ਨੇ ਕਿਹਾ ਨਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਨਾਲੇ ਮੰਨਦਾ ਕਿ ਸਭ ਕੁਝ ਪਰਮੇਸ਼ਰ ਕਰਦਾ ਹੈ, ਨਾਲੇ ਮੰਨਦਾ ਕਿ ਮੈਂ ਕੀਤਾ। ਫਿਰ ਗਿਆਨੀ ਨਹੀਂ। ਕਰਮੀ ਹੈ। ਕਰਮੀਆਂ ਦੀ ਵਿਚਾਰ ਹੁੰਦੀ ਹੈ, ਦਰਗਾਹ ਵਾਲੇ ਦੇਖਦੇ ਹਨ ਕਿਸ ਤਰ੍ਹਾਂ ਦੇ ਲੇਖ ਨੇ, ਕਿਸ ਤਰ੍ਹਾਂ ਦਾ ਇਲਾਜ ਕਰੀਏ। ਜਨਮ ਵੀ ਫਿਰ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ, ਸਰੀਰ ਵੀ ਉਸੇ ਤਰ੍ਹਾਂ ਦਾ ਹੀ ਮਿਲਦਾ ਹੈ। ਆਪਣੇ ਅੰਦਰ ਵੀ ਲੇਖ ਲਿਖਦਾ, ਹੋਰਾਂ ਅੰਦਰ ਵੀ ਲਿਖਦਾ। ਉਪਦੇਸ਼ ਕਰਕੇ ਪਾਪ ਪੁੰਨ ਬਾਰੇ ਇਹ ਠੀਕ ਨਹੀਂ। ਨਹੀਂ ਤਾਂ ਧਰਮ ਰਾਏ ਕੋਲ ਪੇਸ਼ੀ ਹੋਵੇਗੀ। ਗੁਰਮੁਖਾਂ ਵਾਸਤੇ ਰਸਤਾ ਹੋਰ ਹੈ।
ਗੁਰਮੁਖ ਉਹ ਗੱਲ ਕਹਿੰਦੇ ਹਨ ਕਿ ਅਸੀਂ ਕੁਝ ਕੀਤਾ ਹੀ ਨਹੀਂ, ਅਸੀਂ ਤਾਂ ਹੁਕਮ ਮੰਨਣ ਵਾਲੇ ਹਾਂ, ਹੁਕਮੀ ਬੰਦੇ ਹਾਂ। ਜਦ ਕੀਤਾ ਹੀ ਕੁਝ ਨਹੀਂ ਫਿਰ ਸਜ਼ਾ ਕਾਹਦੀ। ਸੋ ਕਰਮੀਆਂ ਦੀ ਵਿਚਾਰ ਹੋਵੇਗੀ, ਜਿਹੜੇ ਕਰਮ ਨੂੰ ਮੰਨਦੇ ਹਨ, ਜਿਹੜੇ ਹੁਕਮੀ ਹਨ ਉਹਨਾਂ ਦਾ ਸਭ ਕੁਝ ਇੱਥੇ ਹੀ ਨਿਬੜ ਜਾਂਦਾ ਹੈ। ਹੁਕਮੀ ਸਦਾ ਰਜਾ ਵਿੱਚ ਰਹਿੰਦਾ ਹੈ, ਸੰਤੋਖੀ ਹਨ। ਪੁੱਛਦੇ ਸਨ ਕਾਰਨ ਕਬਨ ਅਮੋਲ, ਕਿਉਂ ਨਹੀਂ ਪ੍ਰਗਟ ਹੋ ਰਿਹਾ ਸ਼ਬਦ। ਉਦੋਂ ਵੀ ਵਿਚਾਰ ਹੋ ਰਹੀ ਸੀ ਉਹਨਾਂ ਤੇ। ਸੋ ਬੇਨਤੀ ਕਰ ਰਹੇ ਸਨ ਕਿ ਪਰਖ ਹੋ ਰਹੀ ਸੀ, ਪਰਖ ਕੇ ਕਿਰਪਾ ਕੀਤੀ ਉਹਨਾਂ ਤੇ। ਲੇਖਾ ਛੱਡਿਆ ਹੋਇਆ ਸੀ, ਅਲੇਖੇ ਸਨ ਛੁੱਟ ਗਏ। ਰਾਮ ਕਸੌਟੀ ਲੱਗ ਚੁੱਕੀ ਹੈ, ਖਰੇ ਉਤਰੇ ਤਾਂ ਨਾ ਮਿਲਿਆ। ਪਵਿੱਤਰ 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 ਪੁਨੀਤ ਉਹਨਾਂ ਹੁਕਮੀਆਂ ਤੋਂ ਕੰਮ ਲਿਆ ਜੋ ਖੁਦ ਪਰਮੇਸ਼ਰ ਨੇ ਕਰਨਾ ਸੀ। ਬਾਕੀਆਂ ਤੇ ਲੱਗਦੀ ਹੈ ਕਸੌਟੀ। ਜਿੱਥੇ ਕਮੀ ਰਹਿ ਗਈ ਉੱਥੇ ਵਿਚਾਰ ਹੁੰਦੀ ਹੈ ਕਿ ਕਿੱਥੇ ਜਨਮ ਦਿੱਤਾ ਜਾਵੇ, ਸਰੀਰ ਕਿਹੜਾ ਦਿੱਤਾ ਜਾਵੇ, ਕਿ ਜੋ ਕਮੀ ਹੈ ਉਸ ਦਾ ਹੋਰ ਇਲਾਜ ਹੋ ਸਕੇ। ਕਰਮੀ ਕਰਮੀ ਹੋਏ ਵਿਚਾਰ। ਦੇਖੋ ਕਰਮੀਆਂ ਦੀ ਉਹ ਵਿਚਾਰ ਹੁੰਦੀ ਹੈ ਜਿਹੜੇ ਕਹਿੰਦੇ ਆ ਵੀ ਕਰਮ ਵੀ ਕੋਈ ਚੀਜ਼ ਹੈ। ਸੱਚਾ ਆਪੀ ਸੱਚਾ ਦਰਬਾਰ, ਉੱਥੇ ਸੱਚ ਨਿਬੜਦਾ ਹੈ। ਸੱਚਾ ਆਪ ਹੈ, ਸੱਚਾ ਹੀ ਉਹਦਾ ਦਰਬਾਰ ਹੈ। ਕਰਮੀਆਂ ਦੀ ਵਿਚਾਰ ਹੈ, ਫਿਰ ਸੱਚੇ ਦਾ ਦਰਬਾਰ ਹੈ। ਕਿੰਨਾ ਫਰਕ ਹੈ। ਸੱਚੇ ਦੇ ਦਰਬਾਰ ਦੇ ਅੰਦਰ ਹੀ ਤਾਂ ਕਰਮੀਆਂ ਦੀ ਪੁੱਛ ਪ੍ਰਤੀਤ ਹੁੰਦੀ ਹੈ। ਉੱਥੇ ਕੋਈ ਝੂਠ ਨਹੀਂ ਚੱਲਦਾ, ਸਭ ਜਾਣਦੇ ਨੇ। ਉੱਥੇ ਸਭ ਦੀ ਦੇਖ ਰੇਖ ਹੋ ਰਹੀ ਹੈ, ਸਾਰੀ ਦੁਨੀਆ ਦੀ। ਜਿੱਥੇ ਸੋਹਣ ਪੰਜ ਪ੍ਰਵਾਨ, ਉੱਥੇ ਦਾ ਜਿਹੜੇ ਪੰਜ ਨੇ, ਸ਼ੁੱਧ ਨੇ, ਸੱਚਖੰਡ ਵੱਲੋਂ ਪ੍ਰਵਾਨ ਨੇ, ਉਹੀ ਸੌਂਦੇ ਆ। ਉੱਥੇ ਸਾਰੇ ਹੁਕਮੀ ਸੌਂਦੇ ਹਨ, ਸਾਰੇ ਹੀ ਪ੍ਰਵਾਨ ਹਨ। ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ। ਪੰਜ ਪ੍ਰਵਾਨਾਂ ਦਾ ਰਾਜ ਹੈ। ਸੱਚਖੰਡ ਪਾਰਲੀਮੈਂਟ ਵਿੱਚ ਪੰਜ ਪ੍ਰਧਾਨ ਹਨ, ਉਹ ਸਾਰੇ ਹੀ ਬਰਾਬਰ ਹਨ, ਸਾਰਿਆਂ ਦੀ ਨਜ਼ਰ ਹੁੰਦੀ ਹੈ। ਜੇ ਹੁੰਦੀ ਵੀ ਹੈ ਤਾਂ ਸਾਰਿਆਂ ਦੀ ਉਹ ਹੁੰਦੀ ਹੈ, ਕਿਸੇ ਇੱਕ ਦੀ ਨਹੀਂ ਹੈ। ਸਭਾ ਦੀ ਹਾਂ ਹੁੰਦੀ ਹੈ। ਜਿਹੜਾ ਸੋਨਾ ਖਰਾ ਹੁੰਦਾ ਹੈ, ਕਸੌਟੀ ਤੇ ਪਰਖਿਆ ਹੋਇਆ, ਜਿਹੜੇ ਮਰਜ਼ੀ ਸੁਨਿਆਰੇ ਤੋਂ ਚੈੱਕ ਕਰਾ ਲਵੋ, ਸ਼ੁੱਧ ਹੀ ਹੋਵੇਗਾ। ਸੋ ਸੱਚਖੰਡ ਵਿੱਚ ਸਾਰੇ ਹੀ ਜੌਹਰੀ ਹਨ, ਸੱਚ ਪਛਾਣ ਸਕਦੇ ਹਨ। ਉੱਥੇ ਖਰੇ ਹੀ ਪ੍ਰਵਾਨ ਹੁੰਦੇ ਹਨ। ਗੁਰਬਾਣੀ 'ਚ ਵੀ ਫਰਮਾਨ ਹੈ ਕਿ ਖਰੇ ਖਜ਼ਾਨੇ ਪਾਈਐ, ਖੋਟੇ ਸੁੱਟੀਐ ਬਾਹਰ ਬਾਹਰ। ਉੱਥੇ ਸਾਰੀਆਂ ਜੋਤਾਂ ਹੀ ਜੋਤਾਂ ਹਨ। ਪੂਰਨ ਪ੍ਰਚੰਡ ਜੋਤਾਂ ਉਹਨਾਂ ਦਾ ਸਮੂਹ ਹੈ, ਉਸੇ ਨੂੰ ਸੱਚਖੰਡ ਕਹਿੰਦੇ ਹਨ। ਨਦਰੀ ਕਰਮ ਪਵੈ ਨਿਸ਼ਾਨ ਹੈ, ਉਹਨਾਂ ਦੀ ਜਿਹੜੀ ਨਦਰ ਹੈ। ਹੁਣ ਇੱਥੇ ਕਰਮੀ ਸ਼ਬਦ ਇੱਥੇ ਵੀ ਲਿਖਿਆ ਤੇ ਮੰਮੇ ਨੂੰ ਸਿਆਰੀ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਕਰਮ ਹੈ, ਆਪਣੀ ਸੋਚ ਆ, ਉਹਨਾਂ ਨਾਲ ਇਹਨਾਂ ਦੀ ਸੋਚ ਦੇਖਣੀ ਵੀ ਤੁਹਾਡੀ ਸਾਡੇ ਨਾਲ ਸੋਚ ਰਲਦੀ ਹੈ। ਜੇ ਤਾਂ ਸਾਡੀ ਇੱਛਾ ਹੁਕਮ ਸੱਚਖੰਡ ਨਾਲ ਰਲਦੀ ਰਹੀ ਫਿਰ ਤਾਂ ਪਵੈ ਨਿਸ਼ਾਨ ਹੈ। ਪਰ ਜੇ ਸਾਡੀ ਸੋਚ ਹੀ ਉਹਨਾਂ ਤੋਂ ਉਲਟ ਹੋਈ, ਅਸੀਂ ਕਿਸੇ ਹੋਰ ਨੂੰ ਕਰਮ ਮੰਨੀ ਗਏ, ਉਹ ਕਿਸੇ ਹੋਰ ਨੂੰ ਕਰਮ ਮੰਨਦੇ ਰਹੇ, ਫਿਰ ਤਾਂ ਅਸੀਂ ਫਸ ਗਏ। ਸੋ ਤਾਂ ਹੀ ਪਾਤਸ਼ਾਹ ਨੇ ਅੱਗੇ ਬਚਨ ਲਿਖਿਆ, ਕੱਚ ਪਕਾਈ ਉੱਥੈ ਪਾਏ, ਹੋਵੇ ਖੋਟਾ ਤੇ ਨਾ ਮੰਨੇ। ਪਾਤਸ਼ਾਹ ਕਹਿੰਦੇ ਆਪੇ ਮੰਨ ਜਾਵੇਗਾ ਜਦੋਂ ਸੀਸੇ ਵਿੱਚ ਮੂੰਹ ਦਿਖਾਇਆ। ਜਦੋਂ ਸ਼ੁੱਧਤਾ ਦੇਖੀ, ਆਪਣੀ ਖੋਟ ਆਪੇ ਪਤਾ ਚੱਲ ਜਾਣੀ ਹੈ। ਉੱਥੇ ਸਭ ਜਾਣਦੇ ਨੇ, ਧੱਕੇ ਨਾਲ ਨਹੀਂ ਮਨਾਉਂਦੇ, ਆਪ ਮੰਨਦੇ ਹਨ ਖੋਟੇ ਆਪਣੀ ਖੋਟ। ਕਿਉਂਕਿ ਉੱਥੇ ਸਾਰੇ ਖਰੇ ਹਨ, ਸ਼ੁੱਧ ਹਨ, ਅਸਲੀ ਹਨ। ਨਕਲੀ ਦੀ ਪਛਾਣ ਹੈ, ਅਸਲੀ ਨਾਲੋਂ ਝੱਟ ਪਛਾਣੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਨ, ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ। ਸ਼ੁੱਧ ਤੋਂ ਵੀ ਸ਼ੁੱਧ ਜੋਤਾ ਨੇ ਉਹ। ਸ੍ਰੀ ਭਗਤ ਕਬੀਰ ਸਾਹਿਬ ਜੀ ਵੀ ਸਮਝਾਉਂਦੇ ਹਨ ਕਿ ਸੁਧਰ ਜਾਓ। ਜੇ ਸੁਧਰ ਹੁੰਦਾ ਸਮਾਂ ਹੈ ਤੇ ਨਹੀਂ ਫਿਰ ਪਛਤਾਓਗੇ। ਤਬ ਜਾਣੋਗੇ ਜਬ ਉਗਰੇ ਗੋਪਾਚ।
हे ਮੇਰੇ ਮਨਾ ਭਗਤ ਭਲਾ ਚਾਹੁੰਦੇ ਹਨ, ਭਗਤ ਭਲਾ ਕਰਦੇ ਵੀ ਹਨ। ਕੀ ਭਲਾ ਕਰਦੇ ਆ ਕਿ ਭਾਈ ਭਾਣੇ ਵਿੱਚ ਆਓ, ਉਹਦੀ ਰਜਾ ਵਿੱਚ ਆਓ, ਹੰਕਾਰੀ ਗੱਲਾਂ ਛੱਡੋ। ਕੁਛ ਨਹੀਂ ਰੱਖਿਆ ਸੰਸਾਰੀ ਗੱਲਾਂ ਦੇ ਅੰਦਰ, ਜਿੰਨੀਆਂ ਮਰਜ਼ੀ ਫੋਕੇ ਦਾਅਵੇ ਕਰੀ ਚੱਲੋ, ਕਿਸੇ ਕੰਮ ਨਹੀਂ ਆਉਂਦੇ। ਕੰਮ ਤਾਂ ਹੁਕਮ ਹੀ ਆਉਂਦਾ ਹੈ। ਨਾਨਕ ਗਿਆ ਜਾਪੈ ਜਾਏ। ਨਾਨਕ ਜੀ ਕਹਿੰਦੇ ਪਰ ਉੱਥੇ ਜਾ ਕੇ ਆਪਣੇ ਆਪ ਹੀ ਦੇਖਣਗੇ ਕਿ ਕੀ ਕਰਨਾ ਸੀ, ਕੀ ਕਰਿਆ ਹੈ। ਕਰਨਾ ਸੀ ਗੁਰਬਾਣੀ ਵਿਚਾਰਦੇ, ਭਾਣੇ ਵਿੱਚ ਆਉਂਦੇ, ਹੌਲੀ ਹੌਲੀ ਕਿਰਪਾ ਹੋ ਜਾਂਦੀ। ਪਰ ਖੁਦ ਨੂੰ ਪੁੰਨੀ ਸਮਝ ਕੇ ਐਸਾ ਲੇਖਾ ਲਿਖੀ ਗਏ, ਮਨ ਕਾਲਾ ਕਰ ਲਿਆ। ਸ਼ਬਦ ਵਿਚਾਰ ਕਰਦੇ, ਸੇਵਾ ਅਸਲੀ ਉਹ ਹੈ। ਹੋਰਾਂ ਨੂੰ ਵੀ ਸਮਝਾ ਸਕਦੇ ਸਨ, ਉਲਟ ਹੋਰਾਂ ਨੂੰ ਵੀ ਪਾਪ ਪੁੰਨ ਦੇ ਲੇਖੇ 'ਚ ਫਸਾ ਦਿੱਤਾ। ਦਰਗਾਹੀ ਪਾਪ ਪੁੰਨ ਬਾਰੇ ਸੋਝੀ ਹੋਈ ਨਾ ਕਰਾਈ, ਸੋ ਦਰਗਾਹ 'ਚ ਪੇਸ਼ ਹੁੰਦੀ ਸਾਰੀ ਜਾਪ ਗਿਆ। ਸਮਝ ਆ ਗਈ ਕਿ ਜੀਵਨ ਖਰਾਬ ਕਰਾਏ, ਹੁਣ ਕੁਝ ਨਹੀਂ ਹੋ ਸਕਦਾ। ਮਨਾ ਫਿਰ ਜਨਮ ਮਰਨ ਦਾ ਚੱਕਰ ਹੈ 84। ਸੋ ਕੱਚ ਪਕਾਈ ਉੱਥੇ ਪਾਈ। ਜੋ ਕੁਛ ਵੀ ਕੱਚ ਹੈ ਸਾਡੇ ਅੰਦਰ, ਜਿਹਨੂੰ ਅਸੀਂ ਪੱਕਾ ਮੰਨਿਆ ਹੋਇਆ, ਅਸੀਂ ਉਹਨੂੰ ਪੱਕਾ ਮੰਨ ਲਿਆ, ਅਸੀਂ ਉਹਨੂੰ ਸੱਚ ਮੰਨੀ ਬੈਠੇ ਹਾਂ, ਉਹ ਹੈ ਕੱਚਾ। ਉਹ ਉੱਥੇ ਪਾਇਆ ਜਾਣਾ ਹੈ। ਉਹਨਾਂ ਨੇ ਸਾਡੇ ਮੂਹਰੇ ਰੱਖ ਦੇਣਾ ਵੀ ਇਹ ਤੁਹਾਡੀ ਚੀਜ਼ ਤਾਂ ਕੱਚੀ ਹੈ। ਅਸੀਂ ਉਹਨੂੰ ਮੰਨਾਂਗੇ ਵੀ ਅਸੀਂ ਪੱਕੀ ਕਰਕੇ ਲੈ ਕੇ ਚੱਲੇ ਹਾਂ, ਪਰ ਉਹਨਾਂ ਨੇ ਸਾਨੂੰ ਕੱਚੀ ਸਾਬਤ ਕਰ ਦੇਣੀ। ਨਾਨਕ ਗਿਆ ਜਾਪੈ ਜਾਏ। ਨਾਨਕ ਜੀ ਪਾਤਸ਼ਾਹ ਕਹਿੰਦੇ ਸਾਰਾ ਕੁਝ ਤੁਹਾਨੂੰ ਉੱਥੇ ਸਮਝ ਆ ਜਾਣੀ ਹੈ। ਇਸ ਕਰਕੇ ਇੱਥੇ ਹੀ ਪਕਾ ਕੇ ਜਾਓ, ਕੱਚੀ ਚੀਜ਼ ਕੋਈ ਨਾ ਲੈ ਕੇ ਜਾਓ, ਪੱਕੀ ਚੀਜ਼ ਲੈ ਕੇ ਜਾਓ, ਸੱਚੀ ਬਾਣੀ ਪ੍ਰਾਪਤ ਕਰਕੇ ਜਾਓ। ਜਦੋਂ ਇੱਥੋਂ ਹੀ ਸ਼ੁੱਧ ਹੋ ਕੇ ਜਾਓਗੇ, ਤੁਹਾਨੂੰ ਸਾਰੀ ਸੋਝੀ ਹੋਵੇਗੀ, ਤੁਹਾਨੂੰ ਅਗਾਂਹ ਦਾ ਵੀ ਸਾਰਾ ਪਤਾ ਲੱਗ ਜੂ ਵੀ ਅਸਲ ਵਿੱਚ ਅਗਾਂਹ ਕੀ ਚੀਜ਼ ਹੈ, ਕਿਸ ਤਰ੍ਹਾਂ ਦਾ ਹੈ। ਉਹਨਾਂ ਚਿਰ ਨਹੀਂ ਪਤਾ, ਉਹਨਾਂ ਚਿਰ ਤਾਂ ਫਿਰ ਉਹੀ ਗੱਲ ਹੈ ਵੀ ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਸੋ ਇੱਥੋਂ ਤੱਕ ਇਹ ਅੱਜ ਦਾ ਪ੍ਰਸੰਗ ਸੀ ਜੋ ਗੁਰ ਕਿਰਪਾ ਦੁਆਰਾ ਕੀਤਾ ਗਿਆ। ਅਗਲਾ ਜੋ ਪ੍ਰਸੰਗ ਹੈ, ਜੇ ਗੁਰ ਨੇ ਚਾਹਿਆ ਫਿਰ ਕੀਤਾ ਜਾਵੇਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।